ਹੈਲੋ ਸਟੂਡੈਂਟਸ, ਵੈਲਕਮ ਟੂ ਸੁਖੇਜਾ ਟਿਊਸ਼ਨਸ। ਕਿਵੇਂ ਹੋ ਬੱਚਿਓ ਤੁਸੀਂ ਸਾਰੇ? ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਸਟੂਡੈਂਟਸ ਕਿ ਆਪਾਂ ਐਨਟੀਟੀ ਦੀ ਤਿਆਰੀ ਸ਼ੁਰੂ ਕੀਤੀ ਹੋਈ ਹੈ। ਆਪਣਾ ਡੇਲੀ ਜੀਕੇ ਦੇ ਲੈਕਚਰਸ ਲੱਗ ਰਹੇ हैं। ਪੋਲਿਸੀਜ਼ ਐਂਡ ਪ੍ਰੋਗਰਾਮਸ ਰਿਲੇਟਡ ਵਿਦ ਪ੍ਰੀ ਪ੍ਰਾਇਮਰੀ ਐਜੂਕੇਸ਼ਨ ਉਹ ਆਪਾਂ ਸ਼ੁਰੂ ਕਰ ਦਿੱਤਾ ਹੈ। ਠੀਕ ਹੈ ਜੀ। ਉਸ ਤੋਂ ਬਾਅਦ ਨਾਲ ਹੀ ਆਪਾਂ ਇੱਕ ਪ੍ਰੈਕਟਿਸ ਸੈੱਟ ਦੀ ਕਲਾਸ ਸ਼ੁਰੂ ਕੀਤੀ ਹੈ, ਜਿਹਦੇ ਵਿੱਚ ਆਪਾਂ ਕੀ ਕਰਦੇ ਹਾਂ, ਪ੍ਰੀਵੀਅਸ ਈਅਰ ਦੇ ਕੁਐਸਚਨਸ ਕਰਦੇ ਹਾਂ। ठीक है, जो कि हर एंटिटी ਲਈ ਤਾਂ ਬੈਨੀਫਿਟ ਹੈ ਹੀ ਹੈ। ਠੀਕ ਹੈ, ਬਾਕੀ ਕੋਈ ਵੀ ਤੁਸੀਂ ਪੰਜਾਬ ਸਰਕਾਰ ਦਾ ਪੇਪਰ ਦਿੰਦੇ ਹੋ ਸਾਰਿਆਂ ਲਈ ਹੀ ਬਹੁਤ ਜ਼ਿਆਦਾ ਬੈਨੀਫੀਸ਼ੀਅਲ ਤੁਹਾਡੇ ਲਈ ਰਹਿਣ ਵਾਲੇ ਹੈ, ਜਿਨ੍ਹਾਂ ਦਾ ਕਿ ਸਿਲੇਬਸ ਐਸਾ ਹੁੰਦਾ ਹੈ। ਠੀਕ ਹੈ, ਤਾਂ ਸਟੂਡੈਂਟਸ ਹਰ ਕਲਾਸ ਤੁਸੀਂ ਬਹੁਤ ਹੀ ਧਿਆਨ ਦੇ ਨਾਲ ਅਟੈਂਡ ਕਰਿਆ ਕਰੋ। ਜਿਹੜੇ ਇਹ ਪ੍ਰੈਕਟਿਸ ਸੈਸ਼ਨਸ ਹੈ ਇਹ ਮੈਂ ਬਹੁਤ ਹੀ ਛੋਟੇ ਬਣਾ ਕੇ ਲੈ ਕੇ ਆਨੀ ਆ, ਤਾਂ ਕਿ ਤੁਸੀਂ ਚੱਲਦੇ ਫਿਰਦੇ ਵੀ ਇਹਨਾਂ ਨੂੰ ਦੇਖ ਸਕੋ, ਕੁਐਸਚਨਸ ਯਾਦ ਕਰ ਸਕੋ। ਠੀਕ ਹੈ ਜੀ, ਤਾਂ ਤੁਸੀਂ ਸਾਰੇ ਆਪਣੇ ਸੈਟਸ ਜਿਹੜੇ ਪ੍ਰੈਕਟਿਸ ਸੈਟ ਹੈ ਇਹਨਾਂ ਨੂੰ ਲਗਾਇਆ ਕਰੋ। ਠੀਕ ਹੈ, ਇਹ ਅੱਜ ਆਪਣਾ ਐਂਟੀਟੀ ਦਾ ਪ੍ਰੈਕਟਿਸ ਸੈਟ 4 ਹੈ। ਠੀਕ ਹੈ, 4 ਹੀ ਹੈ ਨਾ? ਹਾਂਜੀ। ਤੇ ਤੁਸੀਂ ਸਾਰੇ ਸੈਸ਼ਨਸ ਆਪਣੇ ਆਰਾਮ ਨਾਲ ਅਟੈਂਡ ਕਰਿਆ ਕਰੋ। ਠੀਕ ਹੈ ਜੀ। ਕਿਸੇ ਨੂੰ ਕੋਈ ਵੀ ਡਾਊਟ ਹੁੰਦਾ ਹੈ ਤਾਂ ਉਹ ਕਮੈਂਟ ਕਰਕੇ ਪੁੱਛ ਸਕਦਾ ਹੈ। ਪੜੋ ਜੀ, ਫਰਸਟ ਕੁਐਸਚਨ ਰੀਡ ਕਰੋ। फर्स्ट ਅੱਜ मैं साइंस ਦੇ ਕੁਐਸਚਨਸ ਲੈ ਕੇ ਆਈ ਹਾਂ ਤੁਹਾਡੇ ਲਈ। ਠੀਕ ਹੈ, ਸਾਰਿਆਂ ਨੇ ਬਹੁਤ ਧਿਆਨ ਨਾਲ ਕਰਨੇ ਹੈ। 3 ਪ੍ਰੈਕਟਿਸ ਸੈਟ ਆਪਾਂ ਕਰ ਚੁੱਕੇ ਹਾਂ। ਪ੍ਰੈਕਟਿਸ ਸੈਟ ਦੇਖ ਕੇ ਉਹਨਾਂ ਨੂੰ ਲਾਈਕ ਤੇ ਸ਼ੇਅਰ ਵੀ ਕਰ ਦਿਆ ਕਰੋ ਜੀ। ਅੱਛਾ ਲੱਗੇ ਤਾਂ ਕਮੈਂਟ ਵੀ ਜ਼ਰੂਰ ਕਰਿਆ ਕਰੋ। ਠੀਕ ਹੈ, ਤੁਹਾਡਾ ਹੀ ਬੈਨੀਫਿਟ ਹੈ, ਸਾਨੂੰ ਪਤਾ ਚੱਲਦਾ ਰਹੇਗਾ ਕਿੰਨੇ ਬੱਚੇ ਦੇਖ ਰਹੇ ਹੈ, ਕਿੰਨੇ ਬੱਚੇ ਲਾਈਕ, ਕਿੰਨੇ ਬੱਚਿਆਂ ਨੂੰ ਅੱਛਾ ਲੱਗ ਰਿਹਾ ਹੈ। ਅਗਰ ਕੁਝ ਹੋਰ ਕਰਨਾ ਚਾਹੁੰਦੇ ਹੋ ਤਾਂ ਉਹ ਵੀ ਤੁਸੀਂ ਆਪਣੀ ਸੁਜੈਸ਼ਨਸ ਦੇ ਸਕਦੇ ਹੋ। ਦੇਖੋ ਜੀ ਕੀ ਦਿੱਤਾ ਹੋਇਆ ਹੈ, ਹੇਠ ਦਿੱਤੇ ਵਿੱਚੋਂ ਕਿਹੜਾ ਇੱਕ ਐਗਜ਼ੋਥਰਮਿਕ ਪ੍ਰਤੀਕਿਰਿਆ ਦੀ ਉਦਾਹਰਨ ਨਹੀਂ ਹੈ। ਠੀਕ ਹੈ, ਦੇਖੋ ਜੀ ਦੋ ਤਰ੍ਹਾਂ ਦੀਆਂ ਪ੍ਰਤੀਕਿਰਿਆ ਹੁੰਦੀਆਂ ਨੇ ਸਾਇੰਸ ਦੇ ਵਿੱਚ। ਇੱਕ ਹੁੰਦੀ ਹੈ ਜੀ ਐਗਜ਼ੋਥਰਮਿਕ, ਇੱਕ ਹੁੰਦੀ ਹੈ ਐਂਡੋਥਰਮਿਕ। ਠੀਕ ਹੈ, ਇਹਦੀਆਂ ਸਾਇੰਸ SST ਸਾਰੀਆਂ ਕਲਾਸਿਸ ਤੁਹਾਡੀਆਂ ਲੱਗਣਗੀਆਂ। ਉਹਦੇ ਵਿੱਚ ਤੁਹਾਨੂੰ ਕਲੀਅਰ ਕੀਤਾ ਜਾਊਗਾ ਥਿਊਰੀ ਕਲਾਸਿਸ 'ਚ ਐਗਜ਼ੋਥਰਮਿਕ ਤੇ ਐਂਡੋਥਰਮਿਕ ਦੇ ਵਿੱਚ ਕੀ ਡਿਫਰੈਂਸ ਹੁੰਦਾ ਹੈ। ਇਹ ਕਲਾਸ ਆਪਾਂ ਜ਼ਿਆਦਾ ਲੰਬੀ ਨਹੀਂ ਕਰਦੇ, ਇਸੇ ਲਈ ਇਹਦੇ ਵਿੱਚ ਸਿਰਫ ਤੁਹਾਨੂੰ ਕੁਐਸਚਨ ਆਨਸਰ ਕਰਵਾਏ ਜਾਂਦੇ ਨੇ। ਠੀਕ ਹੈ, ਇਹਨਾਂ ਨੇ ਕੀ ਪੁੱਛਿਆ ਹੈ, ਹੇਠ ਦਿੱਤਿਆਂ ਵਿੱਚੋਂ ਕਿਹੜੀ ਇੱਕ ਐਗਜ਼ੋਥਰਮਿਕ ਪ੍ਰਤੀਕਿਰਿਆ ਦੀ ਉਦਾਹਰਨ ਨਹੀਂ ਹੈ। ਠੀਕ ਹੈ, ਕਿਹੜੀ ਨਹੀਂ ਹੈ? ਬਰਨਿੰਗ ਆਫ ਨੈਚੁਰਲ ਗੈਸ, ਕੁਦਰਤੀ ਗੈਸ ਨੂੰ ਸਾੜਨਾ। ਡੀਕੰਪੋਜੀਸ਼ਨ ਆਫ ਵੈਜੀਟੇਬਲ ਮੈਟਰ ਇਨਟੂ ਕੰਪੋਸਟ, ਖਾਦ ਵਿੱਚ ਸਬਜ਼ੀਆਂ ਦੇ ਪਦਾਰਥ ਦਾ ਸੜਨ ਜਾਂ ਤਬਦੀਲ ਹੋਣਾ। ਡੀਕੰਪੋਜੀਸ਼ਨ ਆਫ ਲਾਈਮਸਟੋਨ ਟੂ ਕੁਇਕਲਾਈਨ। ਠੀਕ ਹੈ, ਬਨਸਪਤੀ ਪਦਾਰਥਾਂ ਦੀ ਅਪਕਟਨ ਕਿਰਿਆ ਜਾਂ ਫਿਰ ਚੂਨੇ ਦੇ ਪੱਥਰ ਨੂੰ ਤੇਜ਼ ਚੂਨੇ ਲਈ ਸੜਨਾ, ਜਾਂ ਰੈਸਪੀਰੇਸ਼ਨ ਸਾਹ ਕਿਰਿਆ। ਕਿਹੜੀ ਐਗਜ਼ੋਥਰਮਿਕ ਇਹਦੇ ਵਿੱਚ ਪ੍ਰਤੀਕਿਰਿਆ ਦੀ ਉਦਾਹਰਨ ਨਹੀਂ ਹੈਗੀ? ਤਾਂ ਕਿਹੜੀ ਨਹੀਂ ਹੈਗੀ ਜੀ? ਡੀਕੰਪੋਜੀਸ਼ਨ ਆਫ ਲਾਈਮਸਟੋਨ ਟੂ ਕੁਇਕਲਾਈਮ। ਡੀਕੰਪੋਜੀਸ਼ਨ ਆਫ ਲਾਈਮਸਟੋਨ ਟੂ ਕੁਇਕਲਾਈਮ। ਐਗਜ਼ੋਥਰਮਿਕ ਐਂਡੋਥਰਮਿਕ ਆਪਾਂ 10ਵੀਂ ਤੱਕ ਪੜ੍ਹਦੇ ਆਏ ਆ। ਠੀਕ ਹੈ, ਬਾਕੀ ਤੁਹਾਨੂੰ ਇਹ ਸਾਰਾ ਥਿਊਰੀ ਕਲਾਸਿਸ ਦੇ ਵਿੱਚ ਕਰਵਾ ਦਿੱਤਾ ਜਾਏਗਾ। ਅੱਗੇ ਆਜੋ ਜੀ। ਇੱਕ ਕੋਲ ਕਚੂਲੇ ਹੋਏ ਅੰਡੇ ਸ਼ੈਲਾਂ ਨਾਲ ਇੱਕ ਗੈਸ ਦੇਣ ਲਈ ਪ੍ਰਤੀਕਿਰਿਆ ਕਰਦਾ ਹੈ ਜੋ ਚੂਨੇ ਪਾਣੀ ਨੂੰ ਦੁੱਧ ਵਾਲਾ ਬਣਾ ਦਿੰਦਾ ਹੈ। ਉਹ ਕਿਹੜੀ ਗੈਸ ਹੈ? ਠੀਕ ਹੈ, ਇਹਨਾਂ ਨੇ ਕੀ ਪੁੱਛਿਆ ਹੈ ਕਿ ਇੱਕ ਸੋਲਿਊਸ਼ਨ ਹੁੰਦਾ ਹੈ, ਇੱਕ ਸੋਲਿਊਸ਼ਨ ਹੈ ਜਿਹੜਾ ਕਿ ਐਗ ਸ਼ੈਲਸ ਨਾਲ, ਅੰਡੇ ਛੋਲਾਂ ਨਾਲ ਕ੍ਰਸ਼ ਕਰਕੇ ਅੰਡਿਆਂ ਨੂੰ ਉਹਦੇ ਨਾਲ ਆਪਾਂ ਰਿਐਕਟ ਕਰਦੇ ਆ। ਠੀਕ ਹੈ, ਜਿਹੜੀ ਕਿ ਗੈਸ ਲਾਈਮ ਵਾਟਰ ਨੂੰ, ਠੀਕ ਹੈ, ਇੱਕ ਪਾਣੀ ਨੂੰ ਦੁੱਧੀਆ ਬਣਾ ਦਿੰਦੀ ਹੈ, ਮਤਲਬ ਮਿਲਕੀ ਬਣਾ ਦਿੰਦੀ ਹੈ। ਤਾਂ ਉਹ ਸੋਲਿਊਸ਼ਨ ਦੇ ਵਿੱਚ ਕੀ ਹੁੰਦਾ ਹੈ? ਉਸ ਸੋਲਿਊਸ਼ਨ ਦੇ ਵਿੱਚ ਕੀ ਹੁੰਦਾ ਹੈ? ਇਹਨਾਂ ਨੇ ਕੀ ਪੁੱਛਿਆ ਸਟੂਡੈਂਟਸ ਕਿ ਇੱਕ ਸੋਲਿਊਸ਼ਨ ਹੈ ਜੋ ਕਿ ਕ੍ਰਸ਼ਡ ਮਤਲਬ ਟੁੱਟੇ ਹੋਏ, ਕੁਚਲੇ ਹੋਏ, ਠੀਕ ਹੈ, ਐਗ ਸ਼ੈਲਸ ਦੇ ਨਾਲ ਰਿਐਕਟ ਕਰਦਾ ਹੈ ਇੱਕ ਗੈਸ ਟੂ ਗਿਵ ਅ ਗੈਸ। ਠੀਕ ਹੈ, ਜਿਹੜਾ ਕਿ ਲਾਈਮ ਵਾਟਰ ਨੂੰ ਮਿਲਕੀ ਬਣਾ ਦਿੰਦਾ ਹੈ। ਉਸ ਸੋਲਿਊਸ਼ਨ ਦੇ ਵਿੱਚ ਕੀ ਸ਼ਾਮਿਲ ਹੈ? ਠੀਕ ਹੈ, ਉਸ ਸੋਲਿਊਸ਼ਨ ਦੇ ਵਿੱਚ ਕੀ ਸ਼ਾਮਿਲ ਹੁੰਦਾ ਹੈ? ਕੀ ਦਿੱਤਾ ਹੋਇਆ ਜੀ? NaCl, HCl, LiCl ਜਾਂ KCl। ਕੀ ਹੁੰਦਾ ਜੀ? HCl।
HCl इन्हां दियां सारियां दियां फुल फॉर्म्स, ठीक है। हाइड्रोक्लोरिक एसिड की है, पोटैशियम क्लोराइड की है, ये सारा सोनू थ्योरी क्लासेस दे विच मैं बार बार कह रही हूँ बहुत अच्छी तरह करवाया जाऊगा। एक बार तुसी क्वेश्चंस नू याद करन दी कोशिश करो, ठीक है जी। नेक्स्ट आ जाओ, हेठ लिखियां विधियां विचों किहड़ियां विधियां लोहे नू जंगाल करन वाल लै जांदियां हन। की कहा इन्होंने, हेठ लिखियां विधियां विचों किहड़ियां विधियां लोहे नू जंगाल करन वाल लै जांदियां हन। जेड़े नीचे मैथड्स दिते हुए हैं इन्हां विचों लोहे नू जंगाल करना मतलब रस्ट लगनी किहदे नाल हुंदा है जी, तेल लगाना ऑयलिंग, ठीक है, रोस्टिंग, आयोनाइडिजिंग, ठीक है, आयोनाइडिजिंग किहदे नाल हुंदा है जी, तुसी दसोगे एनोडाइजिंग या गैल्वेनाइजिंग, एनोनाइडिजिंग या फिर गैल्वेनाइजिंग, ठीक है। किहदे नाल हुंदा है जी, तेल लगाउना, भुनना, एनोडाइजिंग या फिर गैल्वेनाइजिंग, तेल लगाउना, भुनना, एनोडाइजिंग या फिर गैल्वेनाइजिंग किहदे नाल हुंदा स्टूडेंट्स, ये हुंदा जी रोस्टिंग दे नाल, भुनन दे नाल, एनोडाइजिंग, ठीक है। ये है जी गैल्वेनाइजेशन या गैल्वेनाइजिंग, एनोनाइडिजिंग, ठीक है। उस तो बाद की है जी एनोडाइजिंग ते गैल्वेनाइजिंग, ठीक है। सब तो पहला की सी जी, तेल लगाउण नाल हुंदा है, भुनन नाल हुंदा है जी, एनोडाइजिंग नाल हुंदा है जी, गैल्वेनाइजिंग नाल हुंदा है। किहदे नाल हुंदा है, भुनन दे नाल हुंदा है। भुनन दी प्रतिक्रिया दे नाल लोहे नू जंगाल लगन वाल ओह लै जांदी है, ठीक है, क्लीयर है। नेक्स्ट आ जाओ, ब्यूटानोन फंक्शनल ग्रुप दे नाल एक 4 कार्बन मिश्रण है, ठीक है। ब्यूटानोन फंक्शनल ग्रुप दे नाल एक 4 कार्बन मिश्रण है, कार्बोक्सिलिक एसिड, उस तो बाद एल्डिहाइड, उस तो बाद कीटोन, उस तो बाद अल्कोहल शराब। ਇਹਦਾ वैसे एक शॉर्टकट ਹੁੰਦਾ जी, ਤੁਸੀਂ सीधा ही देख सकते हो, ONE है ना, ONE किहदे पीछे आ रहे, ਇਹਦੇ पीछे आ रहे हैं, तो अपना आंसर की आ जाऊगा जी, केटोन आ जाऊगा, ठीक है। अगर ब्यूटानोल हो जाता, OL आ जाता, अल्कोहल तो ON हो जाता, ठीक है। तो एक ट्रिक भी हैगी है, लग भी जाती है, बाकी तुहानू एक्सप्लेनेशन सारी क्लास के विच करवाई जाऊगी, ठीक है। ब्यूटानोल फंक्शनल ग्रुप के नाल एक 4 कार्बन मिश्रण है, कार्बोक्सिलिक एसिड, एल्डिहाइड, कीटोन या फिर एल्कोहल। तो आंसर की आ जाऊगा कीटोन। ये तुसी पंजाबी दी बजाय इंग्लिश दे विच देख लोगे तो तुहानू ईजीली आंसर तुसी कर पाओगे, ठीक है। पंजाबी दी बजाय तुसी इंग्लिश दे विच इहनू देख लियो जी। हेठ दिते हारमोन्स विचों केड़ा ब्लड शुगर नू नियंत्रित करता है। हेठ दिते कार्बन्स दे विचों जेड़े हेठ दिते हारमोन्स है, इन्हां विचों केड़ा ब्लड शुगर नू नियंत्रित करता है, दसो जी, ठीक है। केड़ा ब्लड शुगर नू रेगुलेट करता है, केड़ा करदा है जी। सब तो पहला दिता होया एडेनाइन, ग्रोथ हार्मोन, इंसुलिन या फिर टेस्टोस्टेरोन। केड़ा करदा है जी, एनू करदा है ग्रोथ, एनू हार्मोन्स नू ब्लड शुगर नू नियंत्रित केड़ा करदा है जी, इंसुलिन, ठीक है। केड़ा करदा है जी, इंसुलिन, क्लियर है। नेक्स्ट आ जाओ जी, पोषण दी ऑटोट्रॉफिक मोड दी लोड़ हुंदी है, ठीक है। देखो इन्होंने मोड ऑफ न्यूट्रिशन हुंदे हैं जी, ऑटोट्रॉफिक मोड, इन्होंने ऑटोट्रॉफिक दी गल कीती है, हेट्रोट्रॉफिक, ठीक है, ये न्यूट्रिशन मोड हुंदे हैं। इन्होंने हुण पूछिया है कि पोषण दे ऑटोट्रॉफिक मोड दी लोड़ किस दे विच, मतलब ऑटोट्रॉफिक मोड ऑफ न्यूट्रिशन दे विच केड़े-केड़े चीज़ां दी लोड़ हुंदी है, कार्बन डाइऑक्साइड ते पानी, क्लोरोफिल, सूरज की रोशनी या ये सब। आंसर की आ जाऊगा जी, ये सब।
ऑटोट्रोफिक मोड दे विच ऑटो जो अपना खाना खुद बनाते ने, जो अपना खाना खुद बनाते ने उन्हां नूं कहंदे आ ऑटोट्रोफिक। ठीक है जी। किस किस दी लोड़ हुंदी है जी? कार्बन डाइऑक्साइड ते पानी दी, हाँ जी हुंदी है। क्लोरोफिल, सूरज दी रोशनी, यह सब किन्ना दी लोड़ हुंदी है जी? यह सारियां चीज़ां दी लोड़ हुंदी है, यह सारे तत्तां दी लोड़ हुंदी हैगी है। ठीक है, चलिए अगे। दो न्यूरॉन्स ਦੇ ਵਿਚਕਾਰਲੇ ਪਾੜੇ ਨੂੰ ਕੀ ਕਿਹਾ ਜਾਂਦਾ ਹੈ? ਦੋ ਨਿਊਰੋਨਸ ਦੇ ਵਿਚਕਾਰਲੇ ਪਾੜੇ ਨੂੰ ਕੀ ਕਿਹਾ ਜਾਂਦਾ ਹੈ? ਜਾਂ ਦੋ ਨਾੜੀ ਸੈੱਲਾਂ ਵਿਚਕਾਰਲੀ ਖਾਲੀ ਥਾਂ ਨੂੰ ਕੀ ਕਿਹਾ ਜਾਂਦਾ ਹੈ? ਠੀਕ ਹੈ, ਦੋ ਨਾੜੀ ਸੈੱਲਾਂ ਦੀ ਵਿਚਕਾਰਲੀ, ਦੋ ਨਾੜੀ ਸੈੱਲਾਂ ਦੀ ਵਿਚਕਾਰਲੀ ਖਾਲੀ ਥਾਂ ਨੂੰ ਕੀ ਕਿਹਾ ਜਾਂਦਾ ਹੈ? ਡੈਂਡਰਾਈਟ, ਸਾइनैप्स, एक्सोन, इंपल्स। पंजाबी दे विच भी एवें ही लिखिया जाऊगा, यह तुसी याद करना है। की कहा जाता है बच्चे? कहा जाता है साइनैप्स। ठीक है, की कहा जाता है जी? कहा जाता है साइनैप्स। समझ आ गया? ये विच कोई डाउट? नैक्सट आ जाओ जी। फिर बच्चे क्वेश्चंस नूं तुसी याद कर लिया करो। ठीक है, ਤੁਹਾਡੇ ਲਈ बहुत बेनीफिशियल होगा। 10-10 15-15 क्वेश्चन कोई याद करने औखे भी नहीं हैगी। ठीक है, अगला की है? मनुखी अख, मनुखी अख किस मतलब इस उत्ते किसी वस्तु का चित्र बनाउंदी है। ठीक है, ਜਿਹੜੀ अपनी ह्यूमन आई हुंदी है वह किस उत्ते इमेज नूं फॉर्म करदी है? कोर्निया, आयरस, प्यूपल या फिर रेटिना? की आऊगा जी? रेटिना। ठीक है, द ह्यूमन आई फॉर्म्स द इमेज ऑन ऑफ एन ऑब्जेक्ट एट इट्स। ठीक है, मनुखी अख इमेज किथे बनाती है? कोर्निया ते बनाती है, आयरस ते बनाती है, प्यूपल ते बनाती है या फिर रेटिना ते बनाती है? आंसर की आ जाऊगा स्टूडेंट्स? रेटिना आ जाऊगा। क्लियर है? किसी नूं कोई डाउट होवे जी? समझ आ रही है सारियां नूं? मैं बार बार कह रही हाँ, क्लास नूं लाइक कमेंट ते शेयर भी कर दिया करो। लाइक ते कमेंट जरूर करया करो, नाल शेयर भी करया करो स्टूडेंट्स। हुण पढ़ो जी अगला। पंजाब विच जमीन दी गिरावट दा मुख्य कारण हेठ लिखियां विचों केड़ा है? ठीक है, पंजाब दे विच जमीन दी गिरावट दा मुख्य कारण केड़ा है? लैंड डिग्रेडेशन इन पंजाब। पंजाब विच जमीन दी गिरावट दा मुख्य कारण हेठ लिखियां विचों केड़ा है? तिब्बर काशत मतलब इंटेंसिव कल्टीवेशन। तिब्बर काशत दा मतलब हुंदा है इंटेंसिव कल्टीवेशन। उस तो बाद कटाई, डिफोरेस्टेशन। ठीक है, मतलब जिवें कि सारे पेड़ पूड़ कट दिंदे हैं ओदे करके, इंटेंसिव कल्टीवेशन करके, ओवर सिंचाई, ओवर इरीगेशन करके या ओवर ग्रेजिंग करके। ठीक है, ओवर ग्रेजिंग करके या ओवर इरीगेशन करके या फिर कटाई, डिफोरेस्टेशन करके। किदे करके जी पंजाब विच जमीन की गिरावट दा मुख्य कारण कौन है जी? कौन बन रहे जी? ओवर सिंचाई, ओवर इरीगेशन। ठीक है, केड़ा आंसर आऊगा जी? ਇਹਦਾ आंसर आऊगा ओवर सिंचाई, ओवर इरीगेशन। ठीक है, इस करके जमीन दी जो हैगी है पंजाब दी जमीन ओदा उस दे विच गिरावट आ रही है। ये उसदा मुख्य कारण है कि डिग्रेडेशन हो रही है पंजाब दे लैंड दी। क्लियर है? समझ आ गया स्टूडेंट्स? नैक्सट आ जाओ। हेठ दिते विचों केड़ा बायोमास ऊर्जा स्रोत दी उदाहरण नहीं है? इन्हां विचों केड़ा जेड़ा हैगा नीचे दिते हुए आपां नूं ऑप्शंस लक्कड़, गोबर गैस, परमाणु ऊर्जा या फिर कोला। ठीक है, बायोमास एनर्जी, बायोमास एनर्जी दा स्रोत नहीं है। ठीक है, हेठ दिते विचों केड़ा बायोमास ऊर्जा स्रोत दी उदाहरण नहीं है? लक्कड़, वुड, गोबर गैस, न्यूक्लियर एनर्जी या फिर कोला। केड़ी नहीं है जी? न्यूक्लियर एनर्जी इज नॉट एन एग्जाम्पल ऑफ बायोमास एनर्जी। ठीक है, की आजू आंसर? परमाणु ऊर्जा। क्लियर है स्टूडेंट्स? समझ आ गया?
ਅੱਜ ਲਈ ਇੰਨਾ ਹੀ। ਮੈਂ 10 ਕੁਐਸਚਨ ਤੁਹਾਡੇ ਲਈ ਲੈ ਕੇ ਆਈ ਹਾਂ। 10 ਕੁਐਸਚਨਸ ਤੁਸੀਂ ਯਾਦ ਕਰ ਲੈਣੇ ਹੈ, ਠੀਕ ਹੈ। ਆਪਾਂ ਕਦੇ 10 ਕਦੇ 15 20 ਐਵੇਂ ਕੁਐਸਚਨਸ ਆਪਾਂ ਕਰਦੇ ਰਵਾਂਗੇ ਤਾਂ ਕਿ ਤੁਹਾਡਾ ਸਿਲੇਬਸ ਵੀ ਕਵਰ ਹੁੰਦਾ ਜਾਏ ਤੇ ਤੁਹਾਡੇ ਤੇ ਜ਼ਿਆਦਾ ਬਰਡਨ ਵੀ ਨਾ ਪਏ, ਠੀਕ ਹੈ ਸਟੂਡੈਂਟਸ। ਪੜ੍ਹਦੇ ਰਹੋ, ਮਿਲਦੇ ਹਾਂ ਆਪਾਂ ਨੈਕਸਟ ਕਲਾਸ ਦੇ ਵਿੱਚ। ਓਕੇ ਸਟੂਡੈਂਟਸ।